कोरोना महामारी दौरान लोगों के ਕੰਮਾਂ ਕਾਰਾਂ ਤੇ ਕਾਫੀ ਪ੍ਰਭਾਵ ਪਿਆ ਹੈ ਅਤੇ ਮੰਦੀ ਦਾ ਦੌਰ ਚੱਲ ਰਿਹਾ ਹੈ। ਪਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇਨਸਾਨ ਨੂੰ ਸਖਤ ਮਿਹਨਤ ਕਰਨੀ ਪੈ ਰਹੀ ਹੈ, ਜਿਸ ਲਈ ਸਿਰਫ ਮਰਦ ਹੀ ਨਹੀਂ ਮਿਹਨਤ ਕਰਦੇ ਸਗੋਂ ਔਰਤਾਂ ਵੀ ਮਿਹਨਤ ਕਰਦੀਆਂ ਹਨ। ਹਾਂ ਦਰਸ਼ਕੋ, ਤੁਹਾਨੂੰ ਸਮਰਾਲਾ ਦੀ ਅਜਿਹੀ ਇੱਕ ਔਰਤ ਨਾਲ ਮਿਲਾਉਣ ਜਾ ਰਹੇ ਹਾਂ ਜੋ ਖੁਦ ਛੋਟਾ ਹਾਥੀ ਚਲਾ ਕੇ ਲੁਧਿਆਣਾ ਤੋਂ ਹੋਜਰੀ ਦਾ ਸਮਾਨ ਲੈ ਕੇ ਆਉਂਦੀ ਸੀ ਅਤੇ ਸਮਰਾਲਾ ਹਲਕੇ ਦੇ 20 ਪਿੰਡਾਂ 'ਚ 200 ਤੋਂ 250 ਪਰਿਵਾਰਾਂ ਨੂੰ ਹੋਜਰੀ ਦਾ ਕੰਮ ਲਿਆ ਕੇ ਦਿੰਦੀ ਵੀ ਸੀ, ਜਿਸ ਨਾਲ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਚੱਲਦਾ ਸੀ। परमजीत कौर ने अपने दुखड़े दसते हुए दस्या कि 5 साल पहला छोटा हाथी लैके आप ड्राइवरी करके लुधियाना तो होजरी का समान लैके पिंड दीआं औरतां नूं दिंदी सी, जिस नाल उन्हां दे परिवारां दा भी गुजारा चलदा सी। पर हुण कोरोना करके ये सारा काम बंद होके रह गया है। बच्चियां दीआं फीसां भरन नूं रुपए तक नहीं हन, गड्डी दे टैक्स टुट गए हैं, जिस करके सरकार वालों पेनल्टियां पै रही हैं। उसने सरकार तो आर्थिक मदद और टैक्स माफ करने की मांग की है। ਕੀ ਨਾਮ ਆ ਜੀ ਤੁਹਾਡਾ? ਪਰਮਜੀਤ ਕੌਰ। ਹਾਂ ਪਰਮਜੀਤ ਜੀ, ਤੁਸੀਂ ਕੀ ਕੰਮ ਕਰਦੇ ਹੋ ਜਿਹੜਾ ਹੈਗਾ ਤੇ ਕਿਵੇਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ? ਮੈਂ ਜੀ ਹੌਜਰੀਆਂ ਦਾ ਕੰਮ ਕਰਦੀ ਹਾਂ, ਚਿੱਪੀ ਮੋਤੀ ਦਾ ਕੰਮ ਕਰਵਾਉਂਦੀ ਹਾਂ। ਲੁਧਿਆਣੇ ਤੋਂ ਲਿਆ ਕੇ ਪਿੰਡਾਂ ਚੋਂ ਸਪਲਾਈ ਕਰਦੀ। ਕਿਵੇਂ ਕਰਦੇ ਹੋ ਸਪਲਾਈ? ਕੀ ਗੱਡੀ ਕਿਹੜੀ ਆਪ ਚਲਾਉਂਦੇ ਹੋ? ਕੀ ਹੈ ਮੇਰੇ ਕੋਲ ਜੀ ਛੋਟਾ ਹਾਥੀ ਆ, ਕਿਸ਼ਤਾਂ ਤੇ ਲਿਆ ਸੀਗਾ। 6 ਸਾਲ ਦੀਆਂ ਕਿਸ਼ਤਾਂ ਸੀ, 4 ਸਾਲ ਦਾ ਕੇਸ ਸੀ ਉਹਦੇ ਤੇ, 4 ਸਾਲ ਦਾ ਹੁਣ ਤਾਂ ਫ੍ਰੀ ਹੋ ਗਿਆ ਵਾ, ਪਰ ਕੰਮਕਾਰ ਬੰਦ ਹੋ ਗਿਆ ਸਾਡਾ। ਕਿਹੋ ਜਿਹੀਆਂ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਕੋਵਿਡ ਦੇ ਦੌਰਾਨ? ਕੀ ਜਿਹੜਾ ਤੁਸੀਂ ਆਪਣਾ ਮਿਸਾਲ ਬਣੇ ਸੀਗੇ ਲੋਕਾਂ ਲਈ ਆਪ ਆਟੋ ਚਲਾ ਕੇ, ਤੇ ਹੁਣ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਜੀ ਹੁਣ ਜਿੱਦਾਂ ਕਰੋਨਾ ਚੱਲਿਆ ਉਦੋਂ ਦੇ ਘਰ ਹੀ ਬੈਠੇ ਹੋਏ ਆ, ਕੋਈ ਕਿਸੇ ਪਾਸੇ ਕੰਮ ਨਹੀਂ ਜਾਂਦੇ ਹੈਗੇ, ਘਰੇ ਟੈਂਪੋ ਖੜਾ ਵਾ, ਕੋਈ ਕਿਤੇ ਨਹੀਂ ਜਾ ਰਹੇ ਹੈਗੇ। ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਮੇਰਾ ਵੀ ਤੇ ਬੀਬੀਆਂ ਦਾ ਵੀ, ਜਿਹੜੀਆਂ ਨਾਲ। ਮੈਂ ਤਾਂ 2 ਰੁਪਏ ਪੀਸ ਮਗਰ ਜੀ ਕਮਾਉਂਦੀ ਹਾਂ ਇੱਕ ਬੀਬੀ ਤੋਂ, ਇੱਕ ਪੀਸ ਮਗਰ 2 ਰੁਪਏ ਬੱਚਤ ਹੁੰਦੀ ਮੈਨੂੰ ਤਾਂ, ਠੇਕੇਦਾਰੀ ਤੌਰ ਕਰਦੀ ਹਾਂ। ਕਿੰਨੀਆਂ ਕੁ ਬੀਬੀਆਂ ਤੁਹਾਡੇ ਨਾਲ ਜੁੜੀਆਂ ਨੇ? ਮੇਰੇ ਨਾਲ ਜੀ 250-300 ਬੀਬੀ ਹੈਗੀ ਆ 20 ਪਿੰਡਾਂ ਦੇ ਵਿੱਚ। ਤੇ ਹੁਣ ਕੀ ਹਾਲਾਤ ਬਣੇ ਨੇ ਜਿਹੜੇ ਕੋਵਿਡ ਦੇ ਦੌਰਾਨ? ਬਹੁਤ ਮਾੜੇ ਹਾਲਾਤ ਨੇ ਵਿੱਚ, ਜਿੰਨੇ ਕਹਿ ਦੂੰ ਉਨੇ ਮਾੜੇ ਨੇ। ਕੋਈ ਕੰਮ ਨਹੀਂ ਆ ਰਿਹਾ, ਕਿਸੇ ਪਾਸੇ ਫੋਨ ਨਹੀਂ ਆ ਰਿਹਾ ਵੀ ਆ ਕੇ ਮਾਲ ਲੈ ਜਾ, ਨਹੀਂ ਤਾਂ ਅੱਗੇ 2-2 ਹਜ਼ਾਰ ਪੀਸ, 1000 1500 ਪੀਸ ਮੇਰਾ ਆਉਂਦਾ ਸੀਗਾ। ਕਿਸੇ ਪਿੰਡ 'ਚ 50, ਕਿਸੇ 'ਚ 100, ਕਿਸੇ 'ਚ 200, ਕਿਸੇ 'ਚ ਕਿਵੇਂ, ਕਿਸੇ 'ਚ ਕਿਵੇਂ। ਜੈਸਾ ਬੀਬੀਆਂ ਸੀਗੀਆਂ ਉਸ ਹਿਸਾਬ ਨਾਲ ਕੰਮ ਦਿੰਦੀ ਸੀ। ਵਧੀਆ ਦਿਹਾੜੀ ਮੇਰੀ, ਚਲੋ ਦਾਲ ਰੋਟੀ ਚੱਲੀ ਜਾਂਦੀ ਸੀ। ਹੁਣ ਤਾਂ ਕੱਖ ਵੀ ਨਹੀਂ ਹੈਗਾ, ਹੁਣ ਤਾਂ ਜਿਹੜੇ ਕੋਲ ਸੀਗੇ ਉਹ ਵੀ ਚੱਲ ਗਏ। ਹੁਣ ਤਾਂ ਘਰੇ ਬੈਠਿਆਂ ਸਾਲ ਹੋ ਗਿਆ ਮੈਨੂੰ ਜੀ। ਤੇ ਹੁਣ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ? ਅੱਜ ਜਿਵੇਂ ਕਿ ਹੁਣ ਮੈਂ ਬੇਟੇ ਦੀ ਵੀ ਫੀਸ ਭਰਾਉਣੀ ਸੀਗੀ, ਸਕੂਲੋਂ ਫੋਨ ਆਈ ਜਾਂਦੇ ਸੀਗੇ ਕਿ ਬੇਟੇ ਦੇ ਫੀਸ ਭਰਾ ਜਾਓ, ਫੀਸ ਭਰਾ ਜਾਓ। ਅੱਜ ਫਿਰ ਮੈਂ ਕਿਸੇ ਤੋਂ ਨਾਲ ਦੇ ਫੈਕਟਰੀ ਵਾਲੇ ਤੋਂ ਫੜੇ ਨੇ, ਗੱਤੇ ਦੀ ਫੈਕਟਰੀ ਉਹਨਾਂ ਤੋਂ ਹੱਥਦਾਰ ਫੜੇ ਨੇ ਵੀ ਕੋਈ ਗੱਲ ਨਹੀਂ ਤੁਹਾਨੂੰ ਦੇ ਦੂੰਗੀ ਮੈਂ। ਤੇ ਹਜੇ ਮੇਰੇ ਬੇਟੇ ਦੀ ਜੇ ਨਾ ਫੀਸ ਭਰਾਈ ਤਾਂ ਮੈਨੂੰ ਜ਼ਿਆਦਾ ਪੈਸੇ ਹੋਰ ਵੀ ਜੁਰਮਾਨਾ ਵੀ ਭਰਨਾ ਪਊਗਾ, ਨਾਲੇ ਮੇਰੇ ਬੇਟੇ ਦਾ ਕੰਮ ਵੀ ਨਹੀਂ ਆਉਣਾ। ਫਿਰ ਇਸ ਕਰਕੇ ਜਿਹੜੀਆਂ ਨਾਲ ਬੀਬੀਆਂ ਜੁੜੀਆਂ ਹੋਈਆਂ ਸੀ ਉਹਨਾਂ ਦੇ ਕੀ ਹਾਲਾਤ ਬਣੇ ਹੋਏ ਨੇ? ਉਹਨਾਂ ਦੇ ਵਿੱਚ ਬਹੁਤ ਮਾੜੇ ਹਾਲਾਤ ਨੇ। ਉਹ ਵੀ ਮੈਨੂੰ ਰੋਜ਼ ਫੋਨ ਕਰਦੇ ਆ, ਦਿਹਾੜੀ 'ਚ 10-10 ਫੋਨ ਆਉਂਦੇ ਆ ਕਿ ਤੂੰ ਘਰੇ ਬੈਠੀ ਆਰਾਮ ਨਾਲ, ਤੂੰ ਜਾ ਨਹੀਂ ਰਹੀ ਲੁਧਿਆਣੇ। ਅੱਛਾ ਜੀ। ਹਾਂਜੀ। ਤੇ ਉਹਨਾਂ ਨੂੰ ਕਿੰਨੀ ਕੁ ਦਿਹਾੜੀ ਬਣ ਜਾਂਦੀ ਜਿਹੜੇ ਤੁਹਾਡੇ ਨਾਲ ਪਰਿਵਾਰ ਜੁੜੇ ਹੋਏ ਸੀਗੇ? ਜੀ ਐਵੇਂ ਬਸ ਉਹਨਾਂ ਦੇ ਵਿਚਾਰੀਆਂ ਦੇ ਬਣ ਜਾਂਦੇ ਸੀ, ਕਿਸੇ ਦੇ 20, 50, 100 ਜਿਸ ਹਿਸਾਬ ਦਾ ਕੰਮ ਕਰਦੀਆਂ ਸੀ ਉਸ ਹਿਸਾਬ ਨਾਲ ਉਹਨਾਂ ਦੇ ਵੀ ਬਣ ਜਾਂਦੇ ਸੀ। ਦਾਲ ਰੋਟੀ ਵਿਚਾਰੀਆਂ ਦੀ ਉਹਨਾਂ ਦੀ ਵੀ ਚੱਲਦੀ ਸੀ, ਮਾੜਾ ਮੋਟਾ ਖਰਚਾ, ਕਿਸੇ ਦਾ ਦੁੱਧ ਆ ਗਿਆ, ਕਿਸੇ ਦੇ ਬੱਚਿਆਂ ਦੀ ਫੀਸ ਦਿੱਤੀ ਗਈ। ਤੇ ਜਿਹੜੀ ਜਦ ਤੁਸੀਂ ਕੰਮ ਸਟਾਰਟ ਕਰਿਆ ਸੀ ਉਸ ਸਮੇਂ ਵੀ ਤੁਹਾਨੂੰ ਕਿਹੋ ਜਿਹੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ, ਤੇ ਹੁਣ ਜਿਹੜੀਆਂ ਦਿੱਕਤਾਂ ਨੇ ਕਿਹੋ ਜਿਹੀਆਂ ਹੋ ਗਈਆਂ?
ਉਸ ਟਾਈਮ ਵਿੱਚ ਮੈਂ ਜੋ ਟੈਂਪੂ ਲਿਆ ਸੀਗਾ ਇਹ ਕਿਸ਼ਤਾਂ ਤੇ ਲਿਆ ਸੀਗਾ, ਮਤਲਬ ਕਿ ਥੋੜ੍ਹੇ ਜਿਹੇ ਪੈਸੇ ਦੇ ਕੇ ਭਰਾਇਆ ਸੀ, ਕਢਵਾਇਆ ਸੀ। ਇਸ ਕਰਕੇ ਫਿਰ ਉਹ ਥੋੜ੍ਹਾ ਕਰਕੇ ਫੀਸ 6500 ਰੁਪਏ ਕਿਸ਼ਤ ਸੀ ਇਹਦੀ ਮਹੀਨੇ ਦੀ। ਬਸ ਫਿਰ ਵੀ ਜੇ ਉਹ ਰੋਟੀ ਖਾਣੀ ਭੁੱਲ ਜਾਂਦੇ ਸੀ, ਕਿਸ਼ਤ ਜ਼ਿਆਦਾ ਆਉਂਦੀ ਸੀ ਕਿ ਦੇਣੀ ਆ। ਬਹੁਤ ਜ਼ਿਆਦਾ ਹੁਣ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ, ਬਹੁਤ ਜ਼ਿਆਦਾ ਦਿੱਕਤ ਆ। ਪਹਿਲਾਂ ਡਰਾਈਵਰ ਰੱਖਦੀ ਸੀ ਤੇ ਉਹ ਨਹੀਂ ਕੁਝ ਪੱਲੇ ਪੈ ਰਿਹਾ ਸੀਗਾ, ਹੈ ਨਾ। ਤੇ ਫਿਰ ਹਾਰ ਕੇ ਮੈਂ 4-5 ਸਾਲਾਂ ਤੋਂ ਆਪ ਹੀ ਚਲਾ ਰਹੀ ਹਾਂ। ਜਿਹੜਾ ਜਿਵੇਂ ਕਿ ਹੁਣ ਇਹਨਾਂ ਦੇ ਟੈਕਸ ਵੀ ਆਉਣੇ ਨੇ, ਜਿਹੜੀ ਗੱਡੀ ਦੇ ਹੈਗੇ ਨੇ, ਉਹ ਕਿਵੇਂ ਭਰਾਏਂਗੇ ਜਾਂ ਕੀ ਹੈਗਾ, ਜਿਵੇਂ ਕੰਮ ਤੁਸੀਂ ਕਹਿੰਦੇ ਹੋ ਬੰਦ ਪਿਆ? ਜੀ ਬਹੁਤ ਔਖਾ ਆ, ਯਾਨੀ ਕਿ ਨਹੀਂ ਭਰਾਦੇ ਤਾਂ ਉਹ ਪਲਾਂਟੀਆਂ ਪਾ ਦਿੰਦੇ ਨੇ ਉੱਤੇ ਕਾਫੀ ਜ਼ਿਆਦਾ। ਤੇ ਉਹਨਾਂ ਦੇ ਅਜੇ ਮੇਰੇ ਕੋਲ ਕਾਪੀ ਵੀ ਨਹੀਂ ਉਹ ਦੇ ਰਹੇ ਹੈਗੇ, ਕਹਿੰਦੇ ਜੀ ਪਹਿਲਾਂ ਉਹ ਪਤਾ ਨਹੀਂ ਤੁਹਾਡਾ ਕਿੰਨਾ 1000 ਰੁਪਈਆ ਬਣਦਾ ਪਲਾਂਟੀਆਂ ਦੇ। ਕਾਹਦੀਆਂ ਪਲਾਂਟੀਆਂ ਲੱਗੀਆਂ? ਉਹ ਜੀ ਜਿਹੜੀ ਆ ਕਿ ਕਿਸ਼ਤਾਂ, ਮਤਲਬ ਕਿ ਮੈਂ ਉਹਨਾਂ ਨੇ ਪਤਾ ਨਹੀਂ ਕਰੀਆਂ ਸੀਗੀਆਂ ਉਹਦੇ ਚੈੱਕ ਰਾਹੀਂ, ਮੈਂ ਉਹਨਾਂ ਨੂੰ ਕੈਸ਼ ਦਿੰਦੀ ਸੀਗੀ, ਉਹ ਚੈੱਕਾਂ ਦੇ ਹੀ ਪਤਾ ਨਹੀਂ ਕੀ ਪਾਈ ਗਏ ਕੀ ਨਹੀਂ ਪਾਈ ਗਏ, ਮੈਨੂੰ ਕੁਝ ਨਹੀਂ ਪਤਾ ਉਹਨਾਂ ਬਾਰੇ। ਤੇ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ? ਸਰਕਾਰਾਂ ਤੋਂ ਮੰਗ ਕਰਦੇ ਆ, ਕੋਈ ਕਿਸੇ ਪਾਸਿਓਂ ਮਦਦ ਨਹੀਂ ਹੈਗੀ, 1 ਰੁਪਈਏ ਦੀ ਵੀ ਨਹੀਂ ਮਦਦ ਹੈਗੀ। ਸਾਰਾ ਕੁਝ ਮਤਲਬ ਕਿ ਗਰੀਬ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਆ। ਕੀ ਕਰੇ ਬੰਦਾ, ਕਿੱਥੋਂ ਲਿਆਵੇ ਕਿੱਥੋਂ ਨਾ ਲਿਆਵੇ। ਉਹਨਾਂ ਨੇ ਤਾਂ ਕਿਸ਼ਤ ਵਾਲਿਆਂ ਨੇ ਵੀ ਸਿਰ ਤੇ ਆ ਖੜੇ ਹੋ ਜਾਂਦੇ, ਤੇ ਹੋਰ ਜਿਹਦੇ ਦੇਣੇ ਉਹ ਵੀ ਅਗਲਾ ਦਰ ਤੇ ਆ ਜਾਂਦਾ ਵਾ।